ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਰੋਜ਼ਾਨਾ ਗੁਰਮਤਿ ਦੀ ਕਲਾਸ ਵਿੱਚ ਜੁੜ ਚੁੱਕੀ ਗੁਰੂ ਰੂਪ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਲੜੀਵਾਰ ਭਾਈ ਗੁਰਦਾਸ ਜੀ ਦੀ 10ਵੀਂ ਵਾਰ ਦੀ ਵਿਚਾਰ ਵਿੱਚ ਜੁੜ ਬੈਠੇ ਹਾਂ। ਬਹੁਤ ਹੀ ਕੁਝ ਸਿੱਖਣ ਨੂੰ ਪ੍ਰਾਪਤ ਹੁੰਦਾ ਹੈ ਜਦੋਂ ਐਸੇ ਮਹਾਨ ਕਾਰਜ ਆਰੰਭੇ ਜਾਂਦੇ ਹਨ। ਵੱਖ-ਵੱਖ ਭਗਤ ਸਾਹਿਬਾਨਾਂ ਦਾ ਜੀਵਨ ਜੋ ਉਹਨਾਂ ਨੇ ਸੰਸਾਰ ਦੇ ਉੱਤੇ ਹੰਢਾਇਆ, ਜਾਂ ਜੋ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ, ਉਹ ਸਿੱਖਿਆ ਪ੍ਰਾਪਤ ਕਰਕੇ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਸਾਡੇ ਜੀਵਨ ਦੇ ਵਿੱਚ ਕਮੀਆਂ ਹਨ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਾਂ। ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਰਚਨਾ ਅੱਜ ਅਸੀਂ 10ਵੀਂ ਵਾਰ ਜਿਹਦੇ ਵਿੱਚੋਂ 19ਵੀਂ ਪੌੜੀ ਵਿਚਾਰਨ ਜਾ ਰਹੇ ਹਾਂ। ਇਸ ਬਾਬਤ ਭਾਈ ਗੁਰਦਾਸ ਜੀ ਅੱਜ 19ਵੀਂ ਪੌੜੀ ਦੇ ਅੰਦਰ ਵਾਲਮੀਕ ਜੋ ਬਹੁਤ ਵੱਡੇ ਭਗਤ ਹੋਏ ਹਨ, ਉਹਨਾਂ ਦੇ ਵਾਸਤੇ ਜੋ ਅੱਜ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਵਿਚਾਰਨਾ ਹੈ। ਸੋ ਸਾਰੀ ਸੰਗਤ ਸਭ ਤੋਂ ਪਹਿਲਾਂ ਗੁਰੂ ਗੁਰਫਤਿਹ ਦੀ ਸਾਂਝ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਇਸ ਪੌੜੀ ਦਾ ਮੂਲ ਪਾਠ ਕਰਾਂਗੇ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕਿ ਵਾਟੈ ਮਾਨਸ ਮਾਰਦਾ, ਬੈਠਾ ਵਾਲਮੀਕ ਬਟਵਾੜਾ, ਪੂਰਾ ਸਤਿਗੁਰ ਭੇਟਿਆ, ਮਨ ਵਿੱਚ ਹੋਵਾ ਖਿੰਜੋ ਤਾੜਾ। ਮਾਰਨ ਨੂੰ ਲੋਚੈ ਘਣਾ, ਕੱਢ ਨ ਹੰਗ ਹੱਥ ਉਗਾੜਾ। ਸਤਿਗੁਰ ਮਨੁਆ ਰਾਖਿਆ, ਹੋਏ ਨ ਆਵੈ ਉਸ਼ੋ ਹਾੜਾ। ਔਗੁਣ ਸਭ ਪ੍ਰਗਾਸਿਆਨ, ਰੋਜ਼ਗਾਰ ਹੈ ਇਹੋ ਅਸਾੜਾ। ਘਰ ਵਿੱਚ ਪੁੱਛਣ ਕੱਲਿਆ, ਅੰਤ ਕਾਲ ਹੈ ਕੋਈ ਅਸਾੜਾ। ਕੋੜ ਮੜਾ ਚੌਖਨੀਐ, ਕੋਈ ਨਾ ਬੇਲੀ ਕਰਦੇ ਝਾੜਾ। ਸੱਚ ਦ੍ਰਿੜਾਏ ਉਧਾਰਿਆਨ, ਟਪ ਨਿਖਤਾ ਉੱਪਰ ਵਾੜਾ। ਗੁਰਮੁਖ ਲੰਘੇ ਪਾਪ ਪਹਾੜਾ, ਗੁਰਮੁਖ ਲੰਘੇ ਪਾਪ ਪਹਾੜਾ। ਸੋ ਇਹ ਭਾਈ ਗੁਰਦਾਸ ਜੀ ਨੇ ਅੱਜ ਦੀ ਇਸ 10ਵੀਂ ਵਾਰ ਦੇ ਅੰਦਰ 19ਵੀਂ ਪੌੜੀ ਦੇ ਵਿੱਚ ਜ਼ਿਕਰ ਕੀਤਾ ਹੈ। ਭਗਤ ਵਾਲਮੀਕ ਜੀ ਨੂੰ ਮਹਾਰਿਸ਼ੀ ਆਖਿਆ ਗਿਆ। ਜਦੋਂ ਅਸੀਂ ਇਹਨਾਂ ਮਹਾਰਿਸ਼ੀ ਵਾਲਮੀਕ ਜੀ ਬਾਰੇ ਪੜ੍ਹਦੇ ਹਾਂ ਤੇ ਪਤਾ ਚੱਲਦਾ ਹੈ ਕਿ ਜਿਸ ਤਰ੍ਹਾਂ ਮਹਾਭਾਰਤ ਦੀ ਰਚਨਾ ਵੇਦ ਵਿਆਸ ਨੇ ਕੀਤੀ ਸੀ, ਇਸੇ ਤਰ੍ਹਾਂ ਮਹਾਰਿਸ਼ੀ ਵਾਲਮੀਕ ਜੀ ਨੇ ਰਾਮਾਇਣ ਦੀ ਰਚਨਾ ਸੰਸਕ੍ਰਿਤ ਭਾਸ਼ਾ ਨੂੰ ਕਾਵਿ ਰੂਪ ਵਿੱਚ ਲਿਖ ਕੇ ਪੇਸ਼ ਕੀਤੀ। ਜਿਹੜਾ ਮਹਾਭਾਰਤ ਹੈ ਨਾ ਵੇਦ ਵਿਆਸ ਜੀ ਦਾ, ਇਸੇ ਹੀ ਕਾਵਿ ਰਚਨਾ ਨੂੰ, ਕਾਵਿ ਰਾਮਾਇਣ ਨੂੰ ਆਧਾਰ ਬਣਾ ਕੇ ਤੇ ਵੇਦ ਵਿਆਸ ਨੇ ਮਹਾਭਾਰਤ ਲਿਖਿਆ ਸੀ। ਇਹ ਰਾਮਾਇਣ ਜਿਹੜੀ ਹੈ, ਇਹਦਾ ਜਿਹੜਾ ਸੰਸਕ੍ਰਿਤ ਭਾਸ਼ਾ ਵਿੱਚ ਆਦਿ ਕਾਵਿ ਹੈ ਇਹ ਰਚਨਾ ਦਾ, ਇਹ ਸੰਸਕ੍ਰਿਤ ਭਾਸ਼ਾ ਵਿੱਚ ਹੋਣ ਕਰਕੇ ਵੀ ਜਿਹੜੀ ਰਾਮਾਇਣ ਹੈ, ਜਦੋਂ ਮਹਾਰਿਸ਼ੀ ਵਾਲਮੀਕ ਜੀ ਨੇ ਉਚਾਰਨ ਕੀਤੀ ਨਾ, ਇਹਨੂੰ ਲਿਖਿਆ, ਇਹ ਸੰਸਕ੍ਰਿਤ ਭਾਸ਼ਾ ਵਿੱਚ ਹੋਣ ਕਰਕੇ ਵਾਲਮੀਕ ਜੀ ਨੂੰ ਸੰਸਕ੍ਰਿਤ ਭਾਸ਼ਾ ਦੇ ਜਨਮਦਾਤਾ ਮੰਨਿਆ ਜਾਂਦਾ।
ਜੇਕਰ ਅਸੀਂ ਵਾਲਮੀਕ ਜੀ ਦੇ ਬਾਰੇ ਪੜ੍ਹਦੇ ਹਾਂ ਤੇ ਵਾਲਮੀਕ ਜੀ ਇਹਨਾਂ ਦੇ ਜਿਹੜਾ ਨਾਮ ਹੈ ਪੁਰਾਣਾ ਮੁਤਾਬਕ, ਜਿਹੜਾ ਨਾਮ ਹੈ ਪੁਰਾਣਾ, ਜਿਹੜੇ 18 ਪੁਰਾਣ ਨੇ ਉਹਨਾਂ ਵਿੱਚੋਂ ਪੁਰਾਣਾ ਮੁਤਾਬਕ ਜਿਹੜਾ ਨਾਮ ਹੈ, ਲਿਖਦੇ ਨੇ ਕਿ ਰਤਨਾਕਰ ਪ੍ਰਚੇਤਾ ਵਾਲਮੀਕੀ, ਭਾਵੇਂ ਇਹਨਾਂ ਦਾ ਇਹ ਪੁਰਾਣਾ ਨਾਮ ਸੀ। ਭਾਵੇਂ ਇਹਨਾਂ ਦੇ ਜਨਮ ਬਾਰੇ ਬਹੁਤ ਕੁਝ ਨਹੀਂ ਮਿਲਦਾ, ਸਾਰੇ ਇਤਿਹਾਸਕਾਰਾਂ ਦੇ ਵਿੱਚ ਮਤਭੇਦ ਹੈ, ਪਰ ਮੰਨਿਆ ਜਾਂਦਾ ਹੈ ਕਿ ਇਹਨਾਂ ਦਾ ਜਨਮ ਸਰਦ ਦੀ ਪੂਰਨਮਾਸ਼ੀ ਨੂੰ ਹੋਇਆ। ਬੜੇ ਮਹਾਨ ਤਪਸਵੀ ਸਨ, ਵਿਦਵਾਨ ਸਨ, ਸੰਸਕ੍ਰਿਤ ਦੇ ਮੋਢੀ ਭਾਵ ਸੰਸਕ੍ਰਿਤ ਨੂੰ ਜਨਮ ਦੇਣ ਵਾਲੇ ਵੀ ਇਹੀ ਸਨ, ਮਹਾਕਵੀ ਸਨ। ਇਹਨਾਂ ਦੀ ਕਾਵਿ ਰਚਨਾ ਬਹੁਤ ਵੱਡੀ ਸੀ ਤੇ ਇਹਨਾਂ ਦਾ ਜਿਹੜਾ ਜਨਮ ਹੈ ਲਗਭਗ ਜਿਹੜੇ ਇਤਿਹਾਸਕਾਰ ਮੰਨਦੇ ਨੇ ਕਿ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਤੇ ਸ਼ਰਧਾ ਦੇ ਨਾਲ ਮਨਾਇਆ ਵੀ ਜਾਂਦਾ ਹੈ। ਸੰਸਾਰ ਦੇ ਉੱਤੇ ਧਰਮ ਗ੍ਰੰਥਾਂ ਦੇ ਵਿੱਚੋਂ ਇਹ ਪਹਿਲਾ ਧਰਮ ਗ੍ਰੰਥ ਹੈ ਵਾਲਮੀਕ ਜੀ ਨੇ ਜਿਹੜਾ ਉਚਾਰਨ ਕੀਤਾ, ਜਿਹਦੀ ਰਚਨਾ ਜਿਹੜੀ ਹੈ ਕਾਵਿ ਰੂਪ ਵਿੱਚ ਸੰਸਕ੍ਰਿਤ ਵਿੱਚ ਹੋਈ। ਇਹਨਾਂ ਦੇ ਜਨਮ ਦੀ ਜਿਹੜੀ ਉਹ ਜ਼ਿਆਦਾ ਕੋਈ ਇਤਿਹਾਸ ਨਹੀਂ ਪ੍ਰਾਪਤ ਹੁੰਦਾ, ਲੇਕਿਨ ਮੰਨਿਆ ਜਾਂਦਾ ਹੈ ਕਿ ਇਹਨਾਂ ਦਾ ਜਿਹੜਾ ਜਨਮ ਹੈ ਬੁਦੇਲਖੰਡ ਦੀਆਂ ਤ੍ਰਿਕੂਟ ਪਹਾੜੀਆਂ ਵਿੱਚ ਜਿਹੜਾ ਵਾ, ਮਾਫ ਕਰਨਾ, ਇਹਨਾਂ ਦਾ ਜਿਹੜਾ ਭਗਤੀ ਦਾ ਸਥਾਨ ਹੈ ਉਹ ਬੁਦੇਲਖੰਡ ਦੀ ਤ੍ਰਿਕੂਟ ਪਹਾੜੀਆਂ ਵਿੱਚ ਮੰਨਿਆ ਜਾਂਦਾ। ਇਹ ਤ੍ਰੇਤੇ ਯੁੱਗ ਦੇ ਭਗਤ ਹੋਏ ਨੇ। ਬਾਕੀ ਜੇਕਰ ਅਸੀਂ ਰਮਾਇਣ ਪੜ੍ਹਦੇ ਹਾਂ ਤੇ ਇਸ ਰਮਾਇਣ, ਕਿਉਂਕਿ ਵਾਲਮੀਕ ਜੀ ਨੇ ਇਸ ਨੂੰ ਰਚਨਾ ਕੀਤੀ ਇਹਦੇ ਵਿੱਚ ਹੀ ਜਿਹੜਾ ਵਾ ਇਹਨਾਂ ਦੇ ਜੀਵਨ ਬਾਰੇ, ਜਿਹੜਾ ਰਮਾਇਣ ਦਾ ਉੱਤਰ ਕਾਂਡ ਹੈ ਨਾ, ਉਹਦਾ ਸ਼ਲੋਕ 24 ਤੇ ਅਧਿਆਇ 19 ਮੁਤਾਬਕ ਜਿਹੜਾ ਵਾ ਮਹਾਰਿਸ਼ੀ ਵਾਲਮੀਕੀ ਦਾ ਜਿਹੜਾ ਜਨਮ ਹੈ, ਉਹਨਾਂ ਨੇ ਆਪ ਫਰਮਾਇਆ ਕਿ ਪ੍ਰਚੇਤੇ ਸੋਹਣ ਦਸਮ ਪੁੱਤਰ ਰਾਘਵ ਨੰਦਨ ਨਾ ਸਿੰਘ ਰਾਮ ਜੰਤਰ ਵਾਕ ਮਮੋਤੇ ਤਵ ਪੁੱਤਰੋ। ਇਹ ਸ਼ਲੋਕ ਉਚਾਰਨ ਕੀਤਾ, ਇਹਦੇ ਮੁਤਾਬਕ ਜਿਹੜਾ ਵਾ ਉਹ ਪ੍ਰਚੇਤਾ ਜੀ ਦੇ 10ਵੇਂ ਪੁੱਤਰ ਅਤੇ ਮਾਤਾ ਦਾ ਨਾਮ ਚਰਸ਼ਨੀ ਲਿਖਿਆ ਹੈ। ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਪ੍ਰਚੇਤਾ ਸੀ ਰਤਨਾਪੁਰੀ ਮੁਲਤਾਨ ਭਾਵ ਮੁਲਤਾਨ ਦੇ ਰਾਜਾ ਸਨ, ਜਿਨ੍ਹਾਂ ਦੇ 10ਵੇਂ ਪੁੱਤਰ ਕਹਿਲਾਏ ਗਏ ਨੇ। ਜੇਕਰ ਅਸੀਂ ਸਕੰਦ ਪੁਰਾਣ ਪੜ੍ਹਦੇ ਹਾਂ, ਜਿਹੜਾ ਵੇਦ ਵਿਆਸ ਜੀ ਨੇ ਜਿਹੜਾ ਲਿਖਿਆ ਹੈ, ਉਹਦੇ ਵਿੱਚ ਵਾਲਮੀਕ ਉਹਨਾਂ ਦੇ ਜੀਵਨ ਦਾ ਜਿਹੜਾ ਵਰਣਨ ਕਰਦੇ ਆ, ਉਹਨਾਂ ਨੂੰ ਜਦੋਂ ਵੇਦ ਵਿਆਸ ਜੀ ਲਿਖਦੇ ਆ ਨਾ, ਤੇ ਉਸ ਸਮੇਂ ਪੁਰਾਣੇ ਗੁਰੂ ਤੇ ਇਸ ਜੀਵ ਬ੍ਰਹਿਮੰਡ ਦੇ ਗੁਰੂ ਮੰਨਿਆ ਗਿਆ ਹੈ। ਵੇਦ ਵਿਆਸ ਜੀ ਲਿਖਦੇ ਨੇ ਕਿ ਇੰਨੇ ਭਗਤੀ ਵਿੱਚ ਲੀਨ ਹੋਏ ਨਾ ਵਾਲਮੀਕ ਜੀ ਕਿ ਇਸ ਸੰਸਾਰ ਦੇ ਵਿੱਚ ਉਹਨਾਂ ਦੀ ਲਿਵ ਜਿਹੜੀ ਉਹ ਪ੍ਰਮਾਤਮਾ ਨਾਲ ਲੱਗ ਗਈ। ਜੰਗਲਾਂ ਚੋਂ ਗੁਜ਼ਰਦੇ ਸਾਧੂਆਂ ਦੀਆਂ ਟੋਲੀਆਂ ਦੇ ਨਾਲ ਉਹਨਾਂ ਦਾ ਮੇਲ ਮਿਲਾਪ ਇਸ ਧਰਤੀ ਦੇ ਇੰਨਾ ਉਹਨਾਂ ਨੇ ਤਪ ਸਾਧਿਆ, ਬੰਦਗੀ ਕੀਤੀ, ਬੜਾ ਕੁਝ ਜ਼ੁਲਮ ਵੀ ਆਪਣੇ ਉੱਤੇ ਸਹਿਆ ਇਹਨਾਂ ਨੇ, ਤੇ ਕਾਫੀ ਜਿਹੜਾ ਵਾ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਮੁਸ਼ੱਕਤ ਘਾਲੀ। ਇਸ ਲਈ ਉਹਨਾਂ ਨੇ ਰਮਾਇਣ ਦੀ ਸਿਰਜਣਾ ਕਰਕੇ ਇਸ ਸੰਸਾਰ ਦੇ ਉੱਤੇ ਇੰਨੇ ਅਤਿਆਚਾਰ ਦਾ ਬੋਲਬਾਲਾ ਹੋਣ ਦੇ ਬਾਵਜੂਦ ਵੀ ਇੱਕ ਨਵਾਂ ਜਿਹੜਾ ਅਧਿਆਇ ਸ਼ੁਰੂ ਕੀਤਾ, ਜਿਸ ਬਾਬਤ ਲਿਖਿਆ ਹੈ ਕਿ ਰਘੁਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਭਾਵ ਜੋ ਬਚਨਾਂ ਦਾ ਅਟਲ ਮਨੁੱਖ ਹੈ, ਉਹਦੇ ਬਚਨ ਕਦੇ ਵੀ ਪਿੱਛੇ ਨਹੀਂ ਜਾਣੇ ਚਾਹੀਦੇ। ਆਪ ਇੱਕ ਉੱਚੇ ਜੋਗੀ ਮੰਨੇ ਗਏ।
ਇਹਨਾਂ ਦੇ ਜੀਵਨ ਬਾਰੇ ਇੱਕ ਇਹ ਵੀ ਜਿਹੜਾ ਵਾ ਉਹ ਵਿਚਾਰ ਆਉਂਦੀ ਹੈ ਕਿ ਭਗਤੀ ਭਾਵਨਾ ਤੋਂ ਪਹਿਲਾਂ ਇਹ ਬੜੇ ਅਤਿਆਚਾਰ ਕਰਦੇ ਸਨ, ਜਿਸ ਦੇ ਬਾਬਤ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਜੋ ਅਸੀਂ ਸਕਰੀਨ ਦੇ ਉੱਤੇ ਵੇਖ ਰਹੇ ਨਾ। ਵਾਟੈ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ। ਇਹਨਾਂ ਦੇ ਜੀਵਨ ਬਾਰੇ ਜਿੱਥੇ ਰਾਮਾਇਣ ਦੇ ਵਿੱਚ ਜਾਂ ਹੋਰ ਇਹਨਾਂ ਬਾਰੇ ਲਿਖਿਆ ਹੈ, ਬਹੁਤ ਦਾਰਸ਼ਨਿਕੀ ਸਨ, ਬੜਾ ਇਹਨਾਂ ਦਾ ਜੀਵਨ ਉੱਚਾ ਬਣ ਗਿਆ ਜਦੋਂ ਪਰਮਾਤਮਾ ਵੱਲ ਲੱਗ ਗਏ। ਪਰ ਇਸ ਤੋਂ ਪਹਿਲਾਂ ਇੱਕ ਚੋਰ ਸਨ, ਧਾੜਵੀ। ਇਹ ਕੀ ਕਰਦੇ ਸਨ ਕਿ ਰਸਤੇ ਵਿੱਚ ਬੈਠ ਜਾਣਾ, ਕੋਈ ਧਾੜਵੀ ਆਉਣਾ, ਤੇ ਜਦੋਂ ਕੋਈ ਧਾੜਵੀ, ਮਾਫ ਕਰਨਾ, ਜਦੋਂ ਕੋਈ ਰਾਹੀ ਲੰਘਣਾ ਨਾ, ਉਹਦੇ ਉੱਤੇ ਧਾਵਾ ਬੋਲ ਦੇਣਾ, ਉਹਨੂੰ ਲੁੱਟ ਲੈਣਾ, ਉਹਦਾ ਸਮਾਨ, ਉਹਦਾ ਮਾਲ ਸਬਾਬ ਸਭ ਕੁਝ ਲੁੱਟ ਲੈਣਾ। ਤੇ ਲੁੱਟਣ ਤੋਂ ਬਾਅਦ ਉਹਨੂੰ ਜਿਹੜਾ ਵਾ ਜਾਂ ਤੇ ਮਾਰ ਦੇਣਾ ਜਾਂ ਉਹਨੂੰ ਭਜਾ ਦੇਣਾ, ਇਹ ਆਮ ਸੀ। ਬੜਾ ਲੰਮਾ ਸਮਾਂ ਇਹਨਾਂ ਨੇ ਇਹ ਅਤਿਆਚਾਰ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਹਨਾਂ ਦੇ ਮਨ ਵਿੱਚ ਜਿਹੜਾ ਸੀ ਕਿ ਮੈਂ ਬਹੁਤ ਧਨ ਇਕੱਠਾ ਕਰਕੇ ਆਪਣੇ ਪਰਿਵਾਰ ਨੂੰ ਸੁਖੀ ਕਰਾਂ, ਪਰ ਹੋਇਆ ਉਲਟ। ਜਦੋਂ ਵੇਖਿਆ ਕਿ ਇਸ ਸੰਸਾਰ ਦੇ ਉੱਤੇ ਧਨ ਕਮਾਉਂਦਿਆਂ ਕਮਾਉਂਦਿਆਂ ਇਹ ਥੱਕ ਗਿਆ, ਇੱਕ ਦਿਨ ਇਹਨੂੰ ਇਹਦਾ ਗੁਰੂ ਮਿਲ ਪਿਆ। ਭਾਵ ਇਹਨੂੰ ਸਿੱਖਿਆ ਦੇਣ ਵਾਸਤੇ ਜਦੋਂ ਗੁਰੂ ਮਿਲਿਆ, ਤੇ ਹੁਣ ਮਨ ਦੇ ਵਿੱਚ ਗੁਰੂ ਨੇ ਜੋ ਪ੍ਰਸ਼ਨ ਕੀਤੇ, ਸਵਾਲ ਜਵਾਬ ਹੋਏ, ਕਿਉਂ ਮਾਰਦਾ ਹੈ, ਕਿਸ ਕਉ ਮਾਰਦਾ ਹੈ, ਕਿਉਂ ਕਰ ਮਾਰਦਾ ਹੈ, ਸਾਰਾ ਕੁਝ ਸਵਾਲ ਜਵਾਬ ਹੋਣ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਕਿ ਮਨ ਦੇ ਵਿੱਚ ਇਹਦੀ ਦੁਚਿੱਤੀ ਪੈ ਗਈ ਕਿ ਮੈਂ ਕੀ ਕਰਾਂ। ਫਿਰ ਇਹਦੇ ਜਿਹੜਾ ਭਾਈ ਗੁਰਦਾਸ ਜੀ ਨੇ ਸਤਿਗੁਰੂ ਜ਼ਿਕਰ ਕੀਤਾ ਹੈ। ਜਦੋਂ ਮਨ ਵਿੱਚ ਦੁਚਿੱਤੀ ਪਈ ਤਾਂ ਫਿਰ ਸਤਿਗੁਰੂ ਨੇ ਇਹਨੂੰ ਕਿਹਾ ਕਿ ਜਾ ਕੇ ਤੇ ਆਪਣੇ ਘਰ ਵਿੱਚ ਕਹਿ ਕਿ ਮੈਨੂੰ ਜ਼ਰੂਰਤ ਹੈ ਕਿ ਮੈਂ ਜਦੋਂ ਬੁਢੇਪੇ ਵਿੱਚ ਆ ਗਿਆ, ਫਿਰ ਮੇਰੀ ਰੱਖਿਆ ਕੌਣ ਕਰੂ, ਮੈਨੂੰ ਲਿਖ ਕੇ ਦਿਓ। ਘਰ ਗਿਆ, ਜਾ ਕੇ ਇਹਨੇ ਪੁੱਛਿਆ ਹਰ ਇੱਕ ਦੇ ਨਾਲ, ਆਪਣੇ ਪਰਿਵਾਰ ਵਾਲੇ ਦੇ ਨਾਲ, ਆਪਣੀ ਇਸਤਰੀ ਨੂੰ ਪੁੱਛਿਆ। ਉਹ ਕਹਿੰਦੀ ਕਿ ਭਾਈ ਮਾਰਨ ਲੱਗਿਆ ਵੀ ਕੋਈ ਨਾਲ ਮਰਦਾ। ਪੁੱਤਰ ਕਹਿੰਦੇ ਇਹ ਤਾਂ ਹਰ ਇੱਕ ਮਾਂ ਬਾਪ ਦਾ ਫਰਜ਼ ਹੈ ਕਿ ਆਪਣੀ ਸੰਤਾਨ ਦੀ ਜਿਹੜੀ ਉਹ ਰੱਖਿਆ ਕਰਨੀ, ਉਹਨਾਂ ਨੂੰ ਉੱਪਰ ਚੁੱਕਣਾ, ਉਹਨਾਂ ਲਈ ਧਨ ਕਮਾਉਣਾ। ਆਪਣੇ ਮਾਂ ਬਾਪ ਨੂੰ ਪੁੱਛਦਾ, ਉਹ ਕਹਿੰਦੇ ਹੈ ਕਿ ਪੁੱਤਰ ਦਾ ਫਰਜ਼ ਹੈ ਆਪਣੇ ਮਾਂ ਬਾਪ ਦੀ ਸੇਵਾ ਕਰਨਾ, ਆਪਣੇ ਭਰਾਵਾਂ ਦੇ ਨਾਲ, ਆਪਣੇ ਸਾਕ ਸੰਬੰਧੀਆਂ ਦੇ ਨਾਲ, ਹਰ ਇੱਕ ਨੂੰ ਪੁੱਛ ਕੇ ਸਾਰਿਆਂ ਨੇ ਇਹੀ ਜਵਾਬ ਦਿੱਤਾ ਕਿ ਭਾਈ ਇਹ ਤੇਰਾ ਕਰਮ ਸੀ ਕਿ ਤੂੰ ਕਰਕੇ ਚੱਲ ਗਿਆ, ਪਰ ਅੰਤ ਸਮੇਂ ਤੋਂ ਕੋਈ ਥੋੜਾ ਮਰਨ ਲੱਗ ਗਿਆ, ਕੋਈ ਥੋੜਾ ਨਾਲ ਮਰਦਾ। ਅੰਤ ਸਮੇਂ ਇਸਤਰੀ ਪ੍ਰੇਤ ਕਰਕੇ ਭੱਜ ਜਾਂਦੀ ਹੈ ਕਿ ਇਹ ਹੁਣ ਭੂਤ ਬਣ ਗਿਆ, ਜਿਹਦੇ ਨਾਲ ਸਭ ਤੋਂ ਜ਼ਿਆਦਾ ਨੇਹ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਇੱਥੇ ਜ਼ਿਕਰ ਕੀਤਾ ਹੈ, ਤੇ ਇਹਨਾਂ ਦੇ ਜੀਵਨ ਵਿੱਚ ਇਹੀ ਸੀ ਕਿ ਜਦੋਂ ਘਰ ਦੇ ਵਿੱਚ ਸਾਰਿਆਂ ਨੂੰ ਪੁੱਛ ਕੇ ਫਿਰ ਵਾਪਸ ਸੋਚਦਾ ਜਾ ਰਿਹਾ ਕਿ ਮੈਂ ਇੰਨਾ ਕੁਝ ਪਾਪ ਕੀਤਾ ਕਿਹਦੇ ਵਾਸਤੇ, ਆਪਣੀ ਇਸਤਰੀ ਵਾਸਤੇ, ਆਪਣੇ ਬੱਚਿਆਂ ਵਾਸਤੇ, ਆਪਣੇ ਮਾਂ ਬਾਪ ਨੂੰ ਸੁਖੀ ਕਰਨ ਵਾਸਤੇ ਮੈਂ ਇੰਨਾ ਪਾਪ ਕਰ ਰਿਹਾ, ਤੇ ਅੰਤ ਸਮੇਂ ਵਾਕਈ ਮੇਰੇ ਨਾਲ ਕੋਈ ਨਿਭਣ ਵਾਲਾ ਨਹੀਂ, ਨਾ ਕੋਈ ਸਾਥ ਨਿਭਾਉਣ ਵਾਲਾ, ਤੇ ਨਾ ਹੀ ਕੋਈ ਅੰਤ ਸਮੇਂ ਜਦੋਂ ਲੇਖਾ ਜੋਖਾ ਹੋਣਾ ਉਹਦੀ ਕੋਈ ਨਾਲ ਖੜਨ ਵਾਲਾ। ਜੇ ਕੋਈ ਮੇਰੇ ਨਾਲ ਨਹੀਂ ਨਿਭਣ ਵਾਲਾ, ਫਿਰ ਇਹ ਮਨ ਵਿੱਚ ਸੋਚਦਾ ਹੋਇਆ ਵਾਪਸ ਤੁਰਿਆ ਜਾ ਰਿਹਾ ਕਿ ਜਾ ਕੇ ਫਿਰ ਆਪਣੇ ਗੁਰੂ ਦੇ ਕੋਲੋਂ ਗੁਰੂ ਦੀਖਿਆ ਲੈਂਦਾ ਹੈ, ਜਿਸ ਦੇ ਬਾਬਤ ਭਾਈ ਗੁਰਦਾਸ ਜੀ ਫਿਰ ਜ਼ਿਕਰ ਕਰਦੇ ਨੇ। ਸੋ ਆਪਾਂ ਇਹ ਵਿਚਾਰੀਏ, ਭਾਈ ਗੁਰਦਾਸ ਜੀ ਕਹਿੰਦੇ ਨੇ ਵਾਟੈ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ। ਕਹਿੰਦੇ ਰਸਤੇ ਵਿੱਚ ਵਾਟ ਹੈ, ਵਾਟੇ ਦਾ ਅਰਥ ਹੈ ਰਸਤਾ, ਵਾਟ, ਤੇ ਬਟਵਾਰਾ ਕਹਿੰਦੇ ਨੇ ਜਿਹੜਾ ਰਾਹੀਆਂ ਨੂੰ ਮਾਰਨ ਵਾਲਾ ਧਾੜਵੀ।
ਕਹਿੰਦੇ ਕਿ ਇਹ ਧਾੜਵੀ ਬਣ ਕੇ ਆਇਆ, ਭਾਵ ਆਣ ਕੇ ਤੇ ਬੈਠ ਗਿਆ ਹੁਣ ਰਸਤੇ ਦੇ ਵਿੱਚ ਬੈਠ ਕੇ ਸੋਚਦਾ ਏ ਕਿ ਮੈਂ ਹੁਣ ਕੋਈ ਨਾ ਕੋਈ ਰਸਤੇ 'ਚ ਰਾਹਗੀਰ ਆਏ ਤੇ ਮੈਂ ਉਹਨੂੰ ਲੁੱਟਾਂ, ਉਹਨੂੰ ਉਹਦੀ ਲੁੱਟ ਖੋਹ ਕਰਾਂ, ਉਹਦੇ ਕੋਲ ਧਨ ਜਿਹੜਾ ਖੋਹਾਂ। ਜਦੋਂ ਇਹ ਸਾਰਾ ਕੁਝ ਸੋਚਦਾ ਹੈ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬੈਠਾ ਹੋਇਆ ਰਾਹ ਤੱਕਦਾ ਹੈ ਕਿ ਕੋਈ ਨਾ ਕੋਈ ਆਏ, ਤੇ ਅੱਜ ਕਈ ਚਿਰਾਂ ਬਾਅਦ ਜਦੋਂ ਕੋਈ ਨਹੀਂ ਨਾ ਆਇਆ, ਪਹਿਲਾਂ ਰੋਜ਼ ਕੋਈ ਨਾ ਕੋਈ ਰਾਹਗੀਰ ਆਉਂਦਾ ਸੀ, ਉਹਨੂੰ ਲੁੱਟ ਲੈਂਦਾ ਸੀ। ਅੱਜ ਰਸਤੇ ਵਿੱਚ ਕੀ ਵੇਖਦਾ, ਇੱਕ ਸਾਧੂ ਤੁਰਿਆ ਆਉਂਦਾ, ਤੇ ਜਦੋਂ ਵੇਖਦਾ ਏ ਉਸ ਸਮੇਂ ਫਿਰ ਉਹਦੇ ਵੱਲ ਅੱਖਾਂ ਟੱਡ ਕੇ ਵੇਂਦਾ ਰਹਿ ਜਾਂਦਾ। ਫਿਰ ਜਦੋਂ ਜਾ ਕੇ ਵਾਲਮੀਕ ਨੂੰ ਮਿਲਦਾ ਹੈ ਤੇ ਆਣ ਕੇ ਉਹ ਨਮਸਕਾਰ ਕਰਦਾ, ਕਿਉਂਕਿ ਕੋਈ ਵੀ ਧਾੜਵੀ ਹੈ, ਜਦੋਂ ਧਰਮ ਵਾਲਾ ਕੋਈ ਮਨੁੱਖ ਅੱਗੇ ਆ ਜਾਏ ਤੇ ਫਿਰ ਉਹ ਜ਼ਿਆਦਾ ਨਹੀਂ ਹੁੰਦਾ ਹੈ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ, ਜਿੱਦਾਂ ਮਿਰਗ ਨੂੰ ਮਾਰਨ ਵਾਸਤੇ ਤੀਰ ਛੱਡਣ ਲਈ ਇਨਸਾਨ ਨੂੰ ਟੇਢਾ ਹੋਣਾ ਪੈਂਦਾ, ਨੀਵਾਂ ਹੋ ਕੇ ਉਹ ਛੱਡਦਾ ਕਿ ਨਾ ਹਿਰਨ ਵੇਖ ਸਕੇ ਤੇ ਉਹਦੇ ਸਾਹਮਣੇ ਸਿੱਧ ਤੇ ਵੱਜੇ। ਇਸੇ ਤਰ੍ਹਾਂ ਜਿਹੜਾ ਪਾਪੀ ਹੁੰਦਾ ਉਹ ਵੀ ਬੜਾ ਨਹੀਂ ਹੁੰਦਾ ਧਰਮ ਸਥਾਨਾਂ ਤੇ ਜਾ ਜਾ ਕੇ। ਪਿੱਛੇ ਜੇ ਪੰਜਾਬ ਦੇ ਵਿੱਚ ਚੋਰੀਆਂ ਹੋਈਆਂ, ਇੱਕ ਗਰੁੱਪ ਪਕੜਿਆ ਗਿਆ, ਉਹਨਾਂ ਨੂੰ ਪੁੱਛਿਆ ਸਾਰਾ ਧਨ ਉਹਨਾਂ ਦੇ ਕੋਲੋਂ ਜਦੋਂ ਪੁੱਛਿਆ ਗਿਆ ਕਿੱਥੇ ਕਿੱਥੇ ਖਰਚਾ, ਉਹਦੇ ਵਿੱਚ ਉਹਨਾਂ ਨੇ ਨਾ ਕੁਝ ਧਨ ਜਿਹੜਾ ਸੀ ਉਹ ਧਰਮ ਦੇ ਲੇਖੇ ਲਾਇਆ। ਉਹ ਇੱਕ ਕਿੰਨਾ ਵੱਡਾ ਸਥਾਨ, ਬਾਬਾ ਬੁੱਢਾ ਸਾਹਿਬ ਜੀ ਦਾ ਅੰਤਿਮ ਸਥਾਨ, ਜਿੱਥੇ ਬਾਬਾ ਬੁੱਢਾ ਜੀ ਦਾ ਸੰਸਕਾਰ ਹੋਇਆ ਨਾ, ਉਸ ਸਥਾਨ ਦੇ ਉੱਤੇ ਰਾਮਦਾਸ ਦੀ ਧਰਤੀ ਤੇ, ਉਸ ਧਰਤੀ ਦੇ ਉੱਤੇ ਉਹਨਾਂ ਨੇ ਅਖੰਡ ਪਾਠ ਦੀ ਭੇਟਾ ਜਮ੍ਹਾਂ ਕਰਾਉਂਦੇ ਰਹੇ। ਉਹਨਾਂ ਰਸੀਦਾਂ ਵੀ ਰੱਖੀਆਂ ਆਪਣੇ ਕੋਲ। ਕਹਿੰਦੇ ਵੀ ਇਹ ਕਿਉਂ? ਕਹਿੰਦੇ ਅਸੀਂ ਅਰਦਾਸ ਕਰਕੇ ਤੁਰਦੇ ਹਾਂ ਕਿ ਅਸੀਂ ਕਾਮਯਾਬ ਹੋ ਜਾਈਏ, ਤੇ ਫਿਰ ਸਾਨੂੰ ਕਾਮਯਾਬੀ ਮਿਲਦੀ ਤੇ ਫਿਰ ਅਸੀਂ ਇੱਕ ਅਖੰਡ ਪਾਠ ਕਰਾਉਂਦੇ ਸੀ। ਚਲੋ ਪ੍ਰਬੰਧਕ ਕਮੇਟੀ ਨੂੰ ਇਸ ਚੀਜ਼ ਦੇ ਨਾਲ ਕੋਈ ਨਹੀਂ ਸੀ ਕਿ ਪਤਾ ਨਹੀਂ ਕੀ ਕਿਉਂ ਕਰਵਾ ਰਹੇ ਆ, ਵੀ ਸ਼ੁਕਰਾਨੇ ਦਾ ਪਾਠ ਹੁੰਦਾ ਸੀ, ਹੁਣ ਕੋਈ ਵੀ ਕਰਵਾ ਸਕਦਾ। ਹੁਣ ਜਿਹੜਾ ਅਪਰਾਧੀ ਹੁੰਦਾ ਉਹ ਜ਼ਿਆਦਾ ਨਹੀਂ ਹੁੰਦਾ ਹੈ ਕਿ ਮੇਰਾ ਕਿਤੇ ਮੈਂ ਚੋਰ ਹਾਂ, ਮੇਰੀ ਚੋਰੀ ਨਾ ਫੜੀ ਜਾਏ, ਮੈਨੂੰ ਮੇਰੇ ਬਾਰੇ ਕੋਈ ਪਤਾ ਨਾ ਚੱਲ ਜਾਏ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਜਦੋਂ ਸਾਹਮਣੇ ਗੁਰੂ ਆ ਰਿਹਾ ਨਾ, ਜਿਹੜਾ ਸਾਧੂ ਆ ਰਿਹਾ, ਉਹਦੇ ਵੱਲ ਨਹੀਂ ਹੁੰਦਾ ਹੈ, ਤੇ ਫਿਰ ਉਸ ਗੁਰੂ ਨੇ ਸਵਾਲ ਜਵਾਬ ਕੀਤੇ। ਉਹਨਾਂ ਸਵਾਲ ਜਵਾਬਾਂ ਦੇ ਵਿੱਚੋਂ ਜਦੋਂ ਮਨ ਵਿੱਚ ਜਿਹੜਾ ਸੀ ਵਿਚਿੱਤਾ ਪੈਦਾ ਹੋਈ, ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਝੋ ਤਾੜਾ, ਮਨ ਦੇ ਵਿੱਚ ਫਿਰ ਜਿਹੜੀ ਉਹ ਦੁਚਿੱਤਾ ਪੈਦਾ ਹੋਈ। ਜੇ ਸਤਿਗੁਰੂ ਨੇ ਜਦੋਂ ਸਾਰੀਆਂ ਗੱਲਾਂ ਆਖੀਆਂ, ਜਦੋਂ ਉਹਦਾ ਮੇਲ ਹੋਇਆ ਸਤਿਗੁਰੂ ਦੇ ਨਾਲ, ਮਾਰਨ ਨੂੰ ਲੋਚੈ ਘਣਾ ਕੱਢ ਨਾ ਹੰਗੇ ਹੱਥ ਉਖਾੜਾ। ਕਹਿੰਦੇ ਜਦੋਂ ਸਤਿਗੁਰੂ ਜਿਹੜਾ ਸਾਧੂ ਅੱਗੇ ਆ ਗਿਆ ਨਾ, ਮਨ ਵਿੱਚ ਤੇ ਬੜਾ ਲੋਚੇ ਕਿ ਮੈਂ ਇਹਨੂੰ ਮਾਰ ਦੇਵਾਂ, ਮਾਰਨ ਵਾਸਤੇ ਕਿ ਇਹਨੂੰ ਮਾਰ ਕੇ ਇਹਨੂੰ ਲੁੱਟ ਲਵਾਂ, ਇਹਦਾ ਮਾਲ ਸਵਾਬ ਜ਼ਬਤ ਕਰ ਲਵਾਂ, ਪਰ ਹੁਣ ਹੱਥ ਨਹੀਂ ਚੱਲ ਰਹੇ। ਮਾਰਨ ਨੂੰ ਲੋਚੇ ਘਣਾ ਕੱਢ ਨਾ ਹੰਗੇ ਹੱਥ ਉਖਾੜਾ, ਹੁਣ ਹੱਥ ਜਿਹੜਾ ਵਾ ਉਹ ਚੱਲਣ ਤੋਂ ਸਮਰੱਥ ਹੋ ਗਏ ਕਿ ਮੈਂ ਮਾਰਾਂ ਕਿੱਦਾਂ, ਇਹਨੂੰ ਕਿੱਦਾਂ ਖਤਮ ਕਰਾਂ। ਜਦੋਂ ਅਸੀਂ ਇਹਨਾਂ ਬਾਰੇ ਪੜ੍ਹਦੇ ਹਾਂ ਨਾ, ਤੇ ਭਗਤ ਪੂਤਨਾ ਜੀ ਲਿਖਦੇ ਨੇ, ਮਾਫ ਕਰਨਾ, ਜਦੋਂ ਇਹਨਾਂ ਬਾਰੇ ਪੜ੍ਹਦੇ ਹਾਂ ਤੇ ਸਾਨੂੰ ਮਿਲਦਾ ਹੈ ਕਿ ਵਾਲਮੀਕ ਨੇ ਸਤਾਰਿਆ ਮਾਰਿਆ ਵਾਟ ਨਾ ਹੋਏ ਨਿਸੰਗਾ, ਭਾਵ ਜਦੋਂ ਵਾਲਮੀਕ ਰਸਤੇ ਵਿੱਚ ਬੈਠਦਾ ਸੀ ਤੇ ਇਹ ਨਿਸੰਗ ਹੋ ਕੇ ਜਿਹੜੇ ਰਸਤੇ ਵਿੱਚ ਮਾਰੇ ਵਾਟ ਦੇ ਉੱਤੇ ਚੱਲਣ ਵਾਲੇ, ਭਾਵ
ਆਉਂਦੇ ਸਨ ਉਹਨਾਂ ਨੂੰ ਮਾਰ ਮਾਰ ਕੇ ਉਹਨਾਂ ਨੂੰ ਲੁੱਟਦਾ ਸੀ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸਤਿਗੁਰੂ ਮਿਲਿਆ ਫਿਰ ਹੱਥ ਕੱਢਦਾ ਹੈ ਕਿ ਮੈਂ ਮਾਰਾਂ, ਪਰ ਇਹਦਾ ਹੱਥ ਹੁਣ ਉੱਠਦਾ ਨਹੀਂ। ਨਾਲ ਹੀ ਫਿਰ ਭਾਈ ਗੁਰਦਾਸ ਜੀ ਲਿਖਦੇ ਸਤਿਗੁਰ ਮਨੁਆ ਰਾਖਿਆ ਹੋਏ ਨਾ ਆਵੇ ਉਛੁਹਾੜਾ। ਕਹਿੰਦੇ ਫਿਰ ਸਤਿਗੁਰੂ ਨੇ ਮਨ ਦੀ ਵੀ ਰਛਾ ਭਾਵ ਉਹਦੀ ਰਕਸ਼ਾ ਕੀਤੀ। ਜਿਹੜਾ ਉਹਦੇ ਮਨ ਦੇ ਅੰਦਰ ਫੁਰਨਾ ਫੁਰ ਰਿਹਾ ਸੀ ਨਾ, ਉਹ ਫੁਰਨਾ ਹੁਣ ਹਟ ਗਿਆ। ਮਨ ਦੇ ਵਿੱਚ ਜਿਹੜਾ ਫੁਰਨਾ ਸੀ ਨਾ, ਉਹ ਫੁਰਨਾ ਜਿਹੜਾ ਸੀ ਉਹ ਫੁਰਨਾ ਖਤਮ ਹੋ ਗਿਆ ਕਿ ਮੈਂ ਇਹਨੂੰ ਮਾਰਾਂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਔਗੁਣ ਸਭ ਪੁਰ ਗਾਸੇ ਉਹਨੂੰ ਰੋਜ਼ਗਾਰ ਹੈ ਇਹ ਉਸਾੜਾ। ਹੁਣ ਜਿਹੜਾ ਇਹ ਔਗੁਣ ਕਰ ਰਿਹਾ ਸੀ ਨਾ, ਹੁਣ ਇਹ ਸਤਿਗੁਰੂ ਅੱਗੇ ਜਦੋਂ ਮਨ ਦੇ ਵਿੱਚ ਇਹ ਪਾਪ ਹਟ ਗਿਆ ਤੇ ਫਿਰ ਕਹਿਣ ਲੱਗਾ ਸਤਿਗੁਰੂ ਜੀ ਮੇਰੇ ਮਨ ਅੰਦਰ ਆ ਪਾਪ ਜੀ ਉਹ ਸਾਰੇ ਔਗੁਣ ਅੱਗੇ ਧਰ ਕੇ ਰੱਖ ਦਿੱਤੇ, ਸਾਰਾ ਕੁਝ ਦੱਸ ਦਿੱਤਾ। ਜਦੋਂ ਇਹ ਸਾਰਾ ਕੁਝ ਜੋ ਵੀ ਹੈਗਾ ਸੀ ਉਹ ਸਾਰਾ ਕੁਝ ਦੱਸ ਦਿੱਤਾ, ਫਿਰ ਕਹਿੰਦਾ ਹੈ ਕਿ ਮਹਾਰਾਜ ਇਹ ਸਾਡੀ ਉਪਜੀਵਕਾ ਹੈ, ਭਾਵ ਇਹਦੇ ਨਾਲ ਹੀ ਸਾਡਾ ਘਰ ਚੱਲਦਾ ਹੈ। ਜੇ ਮੈਂ ਇਹਨਾਂ ਨੂੰ ਲੁੱਟਾਂ ਨਾ ਮੇਰਾ ਘਰ ਕਿੱਦਾਂ ਚੱਲੇਗਾ। ਮੈਂ ਧਾੜਵੀ ਬਣ ਕੇ ਆਉਣਾ, ਮੈਂ ਇਹਨਾਂ ਨੂੰ ਲੁੱਟਦਾ, ਮੇਰਾ ਹੋਰ ਕੰਮ ਹੀ ਕੋਈ ਨਹੀਂ ਹੈ। ਤੇ ਫਿਰ ਭਾਈ ਗੁਰਦਾਸ ਜੀ ਲਿਖਦੇ ਨੇ ਘਰ ਵਿੱਚ ਪੁੱਛਣ ਘੱਲਿਆ ਅੰਤ ਕਾਲ ਹੈ ਕੋਈ ਅਸਾੜਾ। ਕਹਿੰਦੇ ਫਿਰ ਇਹਨੂੰ ਘਰ ਦੇ ਵਿੱਚ ਭੇਜਿਆ ਗਿਆ ਵੀ ਜਾ ਪੁੱਛ ਗਿਆ ਵੀ ਤੇਰੇ ਨਾਲ ਕੋਈ ਖੜਦਾ ਵੀ ਹੈ ਕਿ ਨਹੀਂ, ਤੇਰੀ ਕੋਈ ਰਕਸ਼ਾ ਵੀ ਕਰੇਗਾ ਜਿਨ੍ਹਾਂ ਦੇ ਕਾਰਨ ਤੂੰ ਕਰ ਰਿਹਾ। ਤੇ ਕੂੜ ਮੜਾ ਚੌਖੰਨੀ ਹੈ ਕੋਈ ਨਾ ਬੋਲੀ ਕਰ ਦੇ ਝਾੜ। ਚੌਖਨੀਏ ਦਾ ਭਾਵ ਹੈ ਵਾਰਨੇ ਜਾਣ ਵਾਲਾ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਘਰ ਵਿੱਚ ਜਾ ਕੇ ਪੁੱਛਣ ਲੱਗਾ ਨਾ, ਕੂੜਮਾ ਕਹਿੰਦੇ ਭਾਵ ਕਹਿ ਦਿੰਦੇ ਵੀ ਇਹ ਘਰ ਦੇ ਸਾਰੇ ਜਾਣੇ ਜਿਹਨਾਂ ਜਦੋਂ ਜਾ ਕੇ ਘਰ ਕਹਿੰਦੇ ਨਾ ਕਿ ਮੈਂ ਤੁਹਾਡੀ ਖਾਤਰ ਆ ਕੁਝ ਕਰਦਾ, ਤੁਸੀਂ ਮੇਰੀ ਖਾਤਰ ਕੀ ਕਰੋਗੇ। ਤੇ ਸਾਰੇ ਕਹਿੰਦੇ ਲੈ ਇਹ ਕਿਹੜੀ ਗੱਲ ਆ, ਅਸੀਂ ਤੇਰੇ ਨਾਲ ਖੜੇ ਆ। ਕਹਿੰਦੇ ਵੀ ਨਹੀਂ ਏਦਾਂ ਨਹੀਂ, ਜਦੋਂ ਮੈਂ ਮਰਾਂਗਾ ਉਦੋਂ ਮੇਰੇ ਨਾਲ ਕੌਣ ਘੁੰਮਣਾ। ਸੰਸਾਰ ਦੇ ਵਿੱਚ ਤੇ ਹੁਣ ਮੈਂ ਤੁਹਾਡੀ ਰਕਸ਼ਾ ਕਰਨ ਡਿਆ, ਹੁਣ ਤੇ ਮੈਂ ਤੁਹਾਡੀ ਖਾਤਰ ਧਨ ਜਿਹੜਾ ਵਾ ਲੁੱਟ ਕੇ ਲਿਆ ਰਿਹਾ, ਮੈਂ ਭਤਾੜੀਆਂ ਨੂੰ ਮਾਰਦਾ, ਸਭ ਕੁਝ ਕਰਦਾ, ਪਰ ਅੰਤ ਨੂੰ ਮੇਰੇ ਨਾਲ ਕੌਣ ਖੜੇਗਾ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਇਹ ਗੱਲ ਪੁੱਛੀ ਤੇ ਫਿਰ ਸਾਰੇ ਨੱਠ ਗਏ। ਸਾਰੇ ਜਿਹੜੇ ਉਹਨਾਂ ਦੀ ਬੋਲਤੀ ਬੰਦ ਹੋ ਗਈ। ਉਹਨਾਂ ਦੇ ਮਨ ਵਿੱਚ ਜਿਹੜਾ ਸੀ ਕਿ ਅਸੀਂ ਤੇਰੀ ਰਕਸ਼ਾ ਕਰਾਂਗੇ। ਹੁਣ ਸਾਰੇ ਜਿੰਨੇ ਵੀ ਹੈਗੇ ਸੀ ਨਾ, ਜਿੰਨਾ ਵੀ ਉਹਦਾ ਕੋੜਮਾ ਸੀ, ਪਰਿਵਾਰ ਸੀ, ਜਿਹੜੀ ਇਸਤਰੀ ਸੀ, ਪੁੱਤਰ ਸੀ, ਮਾਤਾ ਆਦਿ, ਸਾਰੇ ਸੁੱਕਾ ਹੀ ਜਵਾਬ ਦੇ ਗਏ ਕਿ ਅਸੀਂ ਤੇਰੇ ਅੰਤਕਾਲ ਦਾ ਕੋਈ ਜੁਮਾ ਨਹੀਂ ਦੇ ਸਕਦੇ। ਅੰਤ ਸਮੇਂ ਤੇ ਤੈਨੂੰ ਆਪਣਾ ਲੇਖਾ ਆਪ ਹੀ ਦੇਣਾ ਪੈਣਾ, ਆਪ ਹੀ ਸਾਰਾ ਕੁਝ ਤੈਨੂੰ ਕਰਨਾ ਪੈਣਾ। ਤੇ ਜਦ ਇਹ ਗੱਲ ਹੋਈ ਫਿਰ ਸੱਚ ਦ੍ਰਿੜਾਏ ਉਦਾਹਰਨ ਟੱਪ ਨਿਖੱਤਾ ਉੱਪਰ ਵਾਲਾ। ਜਦੋਂ ਇੰਨੀ ਗੱਲ ਹੋਈ ਤੇ ਫਿਰ ਭਗਤ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਫਿਰ ਮਨ ਵਿੱਚ ਇਹ ਆਇਆ ਇਹ ਤਾਂ ਮੇਰੇ ਨਾਲ ਕੋਈ ਵੀ ਨਹੀਂ ਨਿਭਣ ਵਾਲਾ, ਇਹ ਸੱਚ ਦ੍ਰਿੜਾ ਲਿਆ, ਦ੍ਰਿੜ ਕਰ ਲਿਆ। ਫਿਰ ਜਾ ਕੇ ਤੇ ਫਿਰ ਉਹਨਾਂ ਸੰਤਾਂ ਪਾਸ ਜਾ ਕੇ ਬੈਠ ਜਾਂਦਾ ਹੈ ਕਿ ਕਿਰਪਾ ਕਰੋ ਮੈਂ ਸਭ ਕੁਝ ਛੱਡ ਦਿੰਦਾ ਤੇ ਮੈਨੂੰ ਜਿਹੜਾ ਵਾ ਉਹ ਪ੍ਰਮਾਤਮਾ ਦਾ ਨਾਮ ਦਿਓ, ਮੈਨੂੰ ਸੱਚੇ ਨਾਮ ਦਾ ਉਪਦੇਸ਼ ਦਿਓ। ਫਿਰ ਉਹਨਾਂ ਸੰਤਾਂ ਨੇ ਉਪਦੇਸ਼ ਦਿੱਤਾ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਟੱਪ ਨਿਖੱਤਾ ਉੱਪਰ ਵਾੜਾ, ਭਾਵ ਇਹ ਇਸ ਸੰਸਾਰ ਤੋਂ ਫਿਰ ਨਾਮ ਦੇ ਸਹਾਰੇ ਨਾਲ ਸੰਸਾਰ ਦੀ ਪਾਹੀ ਤੋਂ ਟੱਪ ਕੇ ਤੇ ਅਰਸ਼ਾਂ ਨੂੰ ਭਾਵ ਪਰਮਾਤਮਾ ਦੀ ਦਰਗਾਹ ਵਿੱਚ ਚਲਾ ਗਿਆ।
ਅਖੀਰ ਜਿਹੜਾ ਵਾ ਗੁਰਮਤਿ ਇਹ ਆ ਕਿ ਗੁਰਮੁਖ ਲੰਘੇ ਪਾਪ ਪਹਾੜਾ। ਭਾਵ ਜਿਹੜੇ ਗੁਰਮੁਖ ਨੇ ਉਹ ਪਾਪਾਂ ਦੇ ਪਹਾੜ ਜਿਹੜੇ ਸਾਹਮਣੇ ਆਉਂਦੇ ਨੇ ਉਹਨਾਂ ਤੋਂ ਦੌੜ ਜਾਂਦੇ ਨੇ, ਟੱਪ ਜਾਂਦੇ ਨੇ, ਨਿਕਲ ਜਾਂਦੇ ਨੇ। ਜਦੋਂ ਗੁਰੂ ਵੱਲ ਨੂੰ ਮੁੱਖ ਕਰ ਲਈਏ ਫਿਰ ਜਿਹੜੇ ਪਾਪ ਕੀਤੇ ਹੁੰਦੇ ਨੇ ਉਹ ਕੱਟ ਕੇ ਗੁਰੂ, ਪਰ ਸ਼ਰਤ ਇਹ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਵੱਲ ਨੂੰ ਮੁੱਖ ਕਰ ਲਈਏ। ਇਹ ਨਹੀਂ ਕਿ ਅੱਜ ਗੁਰੂ ਵੱਲ ਕੋਲ ਆ ਕੇ ਤਾਂ ਆਪਣੇ ਪਾਪ ਬਖਸ਼ਾ ਲਏ, ਕੱਲ ਨੂੰ ਫੇਰ ਪਾਪ ਕਰ ਲਏ, ਫੇਰ ਬਖਸ਼ਾ ਲਏ, ਇਸ ਤਰ੍ਹਾਂ ਕੁਛ ਨਹੀਂ। ਇਸ ਤਰ੍ਹਾਂ ਗੁਰੂ ਫਿਰ ਪਾਸਾ ਕਰ ਲੈਂਦਾ ਕਿ ਇਹ ਤੇ ਮਨਮੁਖ ਹੈ, ਜਿਨ੍ਹਾਂ ਦੇ ਮਨ ਅੰਦਰ ਹੋਰ ਕੁਛ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਾ। ਗੁਰੂ ਕਹਿੰਦੇ ਕੱਚੇ ਨੇ, ਇਹਨਾਂ ਦੇ ਮਨ ਵਿੱਚ ਕੁਝ ਹੋਰ ਹੈ ਤੇ ਬਾਹਰੋਂ ਇਹਨਾਂ ਦਾ ਜਿਹੜਾ ਵਾ ਉਹ ਕੁਛ ਹੋਰ ਹੈ ਪਹਿਰਾਵਾ। ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਆਪਣੇ ਪਾਪ ਬਖਸ਼ਾ ਕੇ ਤੇ ਸੰਸਾਰ ਤੋਂ ਪਾਰ ਨਿਕਲ ਜਾਂਦਾ ਹੈ। ਇਹ ਸਮੁੱਚੀ ਕਥਾ ਦਾ ਭਾਵ ਜਿਹੜਾ ਹੈ ਇਹਦੇ ਵਿੱਚ ਇਹ ਹੈ, ਗੁਰੂ ਦੀ ਵਡਿਆਈ ਦੱਸੀ ਹੈ ਕਿ ਜੇਕਰ ਗੁਰੂ ਉਪਦੇਸ਼ ਦੇ, ਜਿਹੜੇ ਪਾਪ ਕਰਨ ਵਾਲੇ ਹਨ ਉਹਨਾਂ ਦੇ ਮਨਾਂ ਅੰਦਰ ਇਹ ਉਪਦੇਸ਼ ਕਰ ਦਿੰਦਾ ਕਿ ਜਦੋਂ ਮੈਂ ਪਾਪ ਕਰਦਾ, ਜਿਨ੍ਹਾਂ ਦੀ ਖਾਤਰ ਮੈਂ ਪਾਪ ਕਰਦਾ, ਹੈ ਮੇਰਾ ਕੋਈ ਬਿੱਲ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਸਦਾ ਫਿਰ ਇਹ ਸੋਚਦਾ ਹੈ ਕਿ ਮੇਰੇ ਨਾਲ ਅੰਤ ਕੋਈ ਨਹੀਂ, ਅੰਤ ਕਾਲ ਤੋਂ ਮੇਰਾ ਕੋਈ ਨਹੀਂ ਨਾਲ ਜਾਣ ਵਾਲਾ। ਫਿਰ ਉਹ ਆਪ ਜਿਹੜਾ ਪਾਪ ਕਰਨੋਂ ਹਟ ਜਾਂਦਾ ਹੈ ਤੇ ਗੁਰੂ ਦੇ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ, ਸਤਿਨਾਮ ਦਾ ਜਾਪ ਕਰਦਿਆਂ ਹੋਇਆਂ, ਸਤ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਜਿੱਥੇ ਆਪ ਚੱਲ ਕੇ ਤੇ ਅੱਗੇ ਲੰਘਦਾ, ਫਿਰ ਉਹ ਜਿਹੜੇ ਜਗਿਆਸੂ ਨੇ, ਜਗਿਆਸਾ ਵਾਲੇ ਜਗਿਆਸੂ ਜਿਹੜੇ ਨਾਮ ਧਨ ਲੈਣ ਵਾਸਤੇ ਆਉਂਦੇ ਨੇ, ਉਹ ਫਿਰ ਉਹਨਾਂ ਨੂੰ ਵੀ ਜਿਹੜਾ ਵਾ ਇਸ ਰਸਤੇ ਉੱਤੇ ਜਿਹੜਾ ਵਾ ਤੋਰਦਾ ਹੈ ਤੇ ਇਹ ਗੱਲ ਆਖਦਾ ਹੈ ਕਿ ਪਾਪ ਨਾ ਕਰਨ, ਪਾਪ ਵਿੱਚ ਨਾ ਰਹਿਣ। ਸੋ ਭਾਈ ਗੁਰਦਾਸ ਜੀ ਨੇ ਅੱਜ ਦੀ ਇਸ ਵਾਰ ਦੇ ਅੰਦਰ ਇਹ ਜ਼ਿਕਰ ਕੀਤਾ ਹੈ ਕਿ ਭਾਈ ਇਸ ਸੰਸਾਰ ਦੇ ਉੱਤੇ ਤੁਸੀਂ ਨਾਮ ਧਨ ਵਿਹਾਂਜਣਾ ਹੈ, ਨਾਮ ਜਪਣਾ ਹੈ, ਗੁਰੂ ਦਾ ਆਸਰਾ ਲੈਣਾ ਹੈ ਤੇ ਗੁਰੂ ਦੇ ਆਸਰੇ ਹੀ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਜੋ ਗੁਰੂ ਕਹੇ ਸੋਈ ਫਲ ਮੰਨੋ, ਹਰ ਹਰ ਕਥਾ ਨਿਰਾਲੀ। ਉਹਦੀ ਇਹ ਨਿਰਾਲਾ ਮਾਰਗ ਹੈ, ਉਹਦੇ ਉੱਤੇ ਚੱਲਣਾ ਸਾਡਾ ਜਿਹੜਾ ਉਹਦੀ ਜੀਵਕਾ ਹੈ। ਅੱਜ ਦੀ ਇਸ ਵਾਰ ਦੇ ਅੰਦਰ ਇਹੀ ਸਾਨੂੰ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਤਾਂ ਹੀ ਨਾ ਵੀ ਭਾਈ ਵਾਲਮੀਕ ਜੀ ਇੱਕ ਚੋਰ ਹੁੰਦੇ ਹੋਏ ਵੀ ਜਿਹੜਾ ਵਾ ਇਸ ਸੰਸਾਰ ਦੇ ਉੱਤੇ ਜਦੋਂ ਸੰਸਾਰ ਦੇ ਉੱਤੇ ਰਹਿੰਦਿਆਂ ਹੋਇਆਂ, ਵਿਚਰਦਿਆਂ ਹੋਇਆਂ ਜਦੋਂ ਚੋਰਪੁਣਾ ਛੱਡ ਦਿੰਦੇ ਨੇ, ਫਿਰ ਧਰਮ ਦਾ ਬਾਣਾ ਪਾ ਕੇ ਵੇਖੋ ਰਾਮਾਇਣ ਨੂੰ ਲਿਖਦੇ ਨੇ, ਉਹ ਵੀ ਸੰਸਕ੍ਰਿਤ ਭਾਸ਼ਾ ਵਿੱਚ। ਅੱਜ ਉਹਨਾਂ ਨੂੰ ਇੱਕ ਮਹਾਨ ਤਪਸਵੀ, ਮਹਾਨ ਵਿਦਵਾਨ, ਮਹਾਨ ਗਿਆਤਾ, ਧਰਮ ਦੇ ਵਿੱਚ ਪ੍ਰਵੀਨ, ਬੜੇ ਨਾਂ ਦਿੱਤੇ ਗਏ ਨੇ ਉਹਨਾਂ ਨੂੰ। ਲੋਕ ਪੂਜਦੇ ਨੇ ਕਿ ਇੰਨੇ ਵੱਡੇ ਤਪਸਵੀ ਜਿਨ੍ਹਾਂ ਨੇ ਕਾਵ ਰੂਪ ਵਿੱਚ ਜਿਹੜੀ ਉਹ ਰਾਮਾਇਣ ਲਿਖੀ, ਉਹ ਵੀ ਸੰਸਕ੍ਰਿਤ ਭਾਸ਼ਾ ਵਿੱਚ। ਤੇ ਇਹ ਵੀ ਮੰਨਿਆ ਗਿਆ ਕਿ ਇਸ ਸੰਸਕ੍ਰਿਤ ਦੇ ਜਿਹੜੇ ਨੇ, ਸੰਸਕ੍ਰਿਤ ਨੂੰ ਜਨਮ ਦੇਣ ਵਾਲੇ ਨੇ, ਕਾਵ ਰੂਪ ਵਿੱਚ ਜਿਹੜਾ ਵਾ ਇਹਨਾਂ ਨੇ ਜਨਮ ਦਿੱਤਾ। ਸੋ ਬੜਾ ਮਹਾਨ ਜੀਵਨ ਹੈ ਵਾਲਮੀਕ ਜੀ ਦਾ। ਉਦੋਂ ਤੋਂ ਸਿਹਤ ਦਿਵਾਉਂਦਿਆਂ ਹੋਇਆਂ ਜਿਹੜਾ ਵਾ ਉਹ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਹ ਭਾਈ, ਜਿਸ ਤਰ੍ਹਾਂ ਵਾਲਮੀਕ ਨੇ ਮਹਾਂਪੁਰਖਾਂ ਦੀ ਸੰਗਤ ਕਰਕੇ, ਗੁਰੂ ਧਾਰਨ ਕਰਕੇ ਤੇ ਇਸ ਸੰਸਾਰ ਦੇ ਵਿੱਚ ਜਿਹੜਾ ਵਾ ਉਹ ਪ੍ਰਸਤਤਾ ਜਿਹੜੀ ਹਾਸਲ ਕੀਤੀ ਹੈ ਤੇ ਆਪ ਵੀ ਤਰੇ ਤੇ ਫਿਰ ਲੋਕਾਂ ਨੂੰ ਉਤਾਰਿਆ। ਅੱਜ ਵੀ ਲੋਕ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਚੋਰੀਆਂ, ਡਾਕੇ ਮਾਰਨੇ ਛੱਡ ਕੇ ਜਿਹੜਾ ਵਾ ਉਹ ਨਾਮ ਬੰਦਗੀ ਵੱਲ ਜੁੜਦੇ ਨੇ। ਗੁਰੂ ਸਾਹਿਬ ਨੇ ਵਾਕਈ ਕਿਸੇ ਧਰਮ ਨੂੰ ਵੀ ਮਾੜਾ ਨਹੀਂ ਕਿਹਾ, ਕਿਸੇ ਮਤ ਨੂੰ ਵੀ ਮਾੜਾ ਨਹੀਂ ਕਿਹਾ, ਪਰ ਜਿਹੜੇ ਉਹਨੂੰ ਚਲਾਉਣ ਵਾਲੇ ਨੇ, ਜਿਹੜੇ ਉਹਦੇ ਉੱਤੇ ਚੱਲਣ ਵਾਲੇ ਨੇ, ਉਹਨਾਂ ਦੀ ਨਿੰਦਿਆ ਜ਼ਰੂਰ ਕੀਤੀ ਹੈ। ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ। ਪਰ ਇੱਥੇ ਇਹ ਵੀ ਕਿਹਾ ਗਿਆ
कि ब्राह्मण नहावे जियां काए, जिथों कादी कूड़ गोलमाल रखाए, ब्राह्मण नहावे जियां काए, जोगी जुगत न जाने अंध, तिन्ने उजाड़े का बंद। भाव ਜੋਗੀਆਂ ਨੂੰ ਜੁਗਤੀ ਨਹੀਂ ਆਈ ਕਿ ਸਗ੍ਰਿਸ਼ਤ ਵਿੱਚ ਰਹਿੰਦਿਆਂ ਹੋਇਆਂ ਹੀ ਜਿਹੜਾ ਵਾ ਕਾਮ ਵਾਸਨਾ ਵੱਲੋਂ ਜਿਹੜਾ ਵਾ ਉਹ ਜੁਗਤੀ ਪ੍ਰਾਪਤ ਕਰਕੇ ਇਹਨਾਂ ਤੋਂ ਦੂਰ ਰਹਿਣਾ। ਕਾਦੀ ਜਿਹੜੇ ਸੀ ਜਿਨ੍ਹਾਂ ਨੇ ਸੱਚ ਦਾ ਨਿਆਂ ਕਰਨਾ ਸੀ, ਉਹ ਰਿਸ਼ਵਤ ਵੱਡੀ ਲੈ ਕੇ ਹੱਕ ਗਵਾਈ ਵਾਲੀ ਅਵਸਥਾ ਹੋ ਗਈ। ਤੇ ਬ੍ਰਾਹਮਣ ਕੇਵਲ ਨਹਾਉਂਦਾ ਏ, ਉਹ ਜੀਵਾਂ ਦੀ ਘਾਣ ਕਰਨ ਵਾਸਤੇ, ਉਹਨਾਂ ਨੂੰ ਲੁੱਟਣ ਵਾਸਤੇ। ਮਨ ਅੰਦਰ ਕੁਝ ਹੋਰ ਹੈ ਤੇ ਮੁੱਖ ਤੇ ਕੁਝ ਹੋਰ ਹੈ। ਸੋ ਇਹ ਜਿਹੜਾ ਉਪਦੇਸ਼ ਹੈ ਵੱਖ-ਵੱਖ ਜਿਹੜਾ ਵਾ ਉਹ ਭਗਤ ਸਾਹਿਬਾਨਾਂ ਦੇ ਜੀਵਨ ਤੋਂ ਜਿਹੜਾ ਵਾ ਭਾਈ ਗੁਰਦਾਸ ਜੀ ਨੇ ਸਾਨੂੰ ਇਹ ਦ੍ਰਿੜ ਕਰਾਇਆ। ਇਹ ਭਾਈ ਕੋਈ ਵੀ ਮਨੁੱਖ ਜਿਹੜਾ ਵਾ ਉਹ ਭਗਤ ਬਣ ਸਕਦਾ ਹੈ, ਸੰਤ ਬਣ ਸਕਦਾ ਹੈ, ਪੁੱਗ ਸਕਦਾ ਹੈ ਪਰਮਾਤਮਾ ਨੂੰ, ਜੇ ਉਹ ਸੱਚੇ ਮਨੋਂ ਪਰਮਾਤਮਾ ਨੂੰ ਧਿਆਏ, ਉਹਦੀ ਸ਼ਰਣੀ ਪੈ ਜਾਵੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅੱਜ ਦੀ ਕਲਾਸ ਬਾਬਤ ਕਿਸੇ ਸੰਗਤ ਦੇ ਵਿੱਚੋਂ ਕਿਸੇ ਦਾ ਕੋਈ ਸਵਾਲ ਹੋਵੇ ਤੇ ਉਹ ਜ਼ਰੂਰ ਸਾਂਝਾ ਕਰ ਸਕਦਾ ਹੈ। ਦਾਸ ਸਾਹਿਬ ਜੀ ਦੇ ਜਿਹੜੇ ਆ ਉਹ ਮਾਈਕ ਅਨਮਿਊਟ ਕਰ ਦਿੱਤੇ ਹਨ। ਕਿਸੇ ਦਾ ਕੋਈ ਸਵਾਲ ਹੋਵੇ ਤੇ ਉਹ ਜ਼ਰੂਰ ਕਰ ਸਕਦਾ ਹੈ। ਦਾਸ ਦੀ ਸਿਹਤ ਥੋੜ੍ਹੀ ਜਿਹੀ ਅੱਜ ਢਿੱਲੀ ਸੀ, ਇਸ ਕਰਕੇ ਥੋੜ੍ਹੀ ਜਿਹੀ ਲਾਇਤ ਜਿਹੜੀ ਵਿਚਾਰ ਕਰਨ ਦਾ ਤਰੀਕਾ ਸੀ ਉਹ ਥੋੜ੍ਹਾ ਜਿਹਾ ਨੀਵਾਂ ਹੋ ਗਿਆ। ਮੈਂ ਇਸ ਬਾਬਤ ਮਾਫੀ ਚਾਹੁੰਦਾ ਹਾਂ। ਕੱਲ੍ਹ ਤੋਂ ਇਸੇ ਤਰ੍ਹਾਂ ਹੀ ਅਸੀਂ ਅਗਲੀ ਕਲਾਸ ਵੀ ਲਾਵਾਂਗੇ। ਸਾਡੇ ਨਾਲ ਗਿਆਨੀ ਪਰਮਜੀਤ ਸਿੰਘ ਜੀ ਵੀ ਨੇ, ਉਹ ਵੀ ਅੱਜ ਕੁਝ ਰੁਝੇਵਿਆਂ ਕਰਕੇ ਉਹ ਰੁੱਝੇ ਹੋਏ ਸਨ। ਅਚਾਨਕ ਹੀ, ਕਿਉਂਕਿ ਸਵੇਰੇ ਵੀ ਕਥਾ ਹੁੰਦੀ ਹੈ, ਫਿਰ 2 ਟਾਈਮ ਕਥਾ ਸਵੇਰ ਦੀ ਹੁੰਦੀ ਹੈ, ਅਤੇ ਥੋੜ੍ਹਾ ਜਿਹਾ ਵੈਸੇ ਤਾਂ ਕੋਈ ਗੱਲ ਨਹੀਂ, ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ। ਸਾਡੀ ਜ਼ਿੰਦਗੀ 'ਚ ਉਦਮ ਲਿਖਿਆ ਹੈ ਅਤੇ ਉਦਮ ਕਰਨਾ ਚਾਹੀਦਾ ਹੈ, ਪਰ ਕਈ ਵਾਰ ਜਿਹੜਾ ਥੋੜ੍ਹਾ ਜਿਹਾ ਥਕੇਵਾਂ ਹੋ ਜਾਂਦਾ, ਉਸ ਦੇ ਕਾਰਨ ਥੋੜ੍ਹਾ ਜਿਹਾ ਜਿਹੜਾ ਵਾ ਉਹ ਸਰੀਰ ਥੱਕ ਜਾਵੇ, ਫਿਰ ਬੋਲਣ ਨੂੰ ਕੁਝ ਮਨ ਨਹੀਂ ਕਰਦਾ। ਇਸ ਕਰਕੇ ਮੈਂ ਮਾਫੀ ਚਾਹਾਂਗਾ। ਸੋ ਅਸੀਂ ਇਸੇ ਤਰ੍ਹਾਂ ਹੀ ਕੱਲ੍ਹ ਦੀ ਕਲਾਸ ਜਿਹੜੀ ਉਹ 11:30 ਵਜੇ ਲਵਾਂਗੇ। ਅਤੇ ਹੁਣ ਜਿਹੜੀ ਸ਼ਾਮ ਦੀ ਕਲਾਸ ਹੈ ਉਹ ਆਪ ਜੀ ਨੂੰ ਪਤਾ ਹੀ ਹੈ ਕਿ 4:45 'ਤੇ ਕਰ ਦਿੱਤੀ ਗਈ ਹੈ। 4:45 ਵਜੇ ਜੋ ਗੁਰਬਾਣੀ ਸੰਥਿਆ ਕਲਾਸ ਹੈ। ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਂ ਸਾਡੇ ਕੋਲ ਹੁਣ ਹੁੰਦਾ ਹੈ, ਆਪ ਜ਼ਰੂਰ ਸ਼ਾਮ ਦੀ ਕਲਾਸ ਸਮੇਂ ਜਿਹੜਾ ਵਾ ਜੁੜਨ ਦੀ ਕਿਰਪਾਲਤਾ ਕਰਿਆ ਕਰੋ, ਆਪ ਵੀ ਔਰ ਹੋਰ ਸੰਗਤਾਂ ਨੂੰ ਵੀ ਪ੍ਰੇਰਿਤ ਕਰਿਆ ਕਰੋ, ਕਿਉਂਕਿ ਸੁਖਮਨੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕਿਸੇ ਦਾ ਸਵਾਲ ਹੋਵੇ ਕੋਈ, ਬੇਨਤੀ ਹੈ ਕਿ ਉਹ ਆਪਣਾ ਜਿਹੜਾ ਸਵਾਲ ਹੈ ਉਹ ਆਪਣਾ ਮਾਈਕ ਜਿਹੜਾ ਵਾ ਅਨਮਿਊਟ ਕਰਕੇ ਤੇ ਪੁੱਛ ਸਕਦਾ ਹੈ। ਵਾਹਿਗੁਰੂ ਜੀ। ਇੱਕ ਮਿੰਟ, ਵਾਹਿਗੁਰੂ। ਹਾਂਜੀ, ਵਾਹਿਗੁਰੂ ਜੀ। ਜੇ ਕਿਸੇ ਦਾ ਕੋਈ ਸਵਾਲ ਹੋਵੇ ਹੁਣ ਪੁੱਛਿਓ, ਕਿਉਂਕਿ ਮੈਂ ਮਾਈਕ ਜਿਹੜਾ ਉਹ ਬੰਦ ਕੀਤਾ ਹੋਇਆ ਸੀ ਆਪਣਾ। ਵਾਹਿਗੁਰੂ ਜੀ। ਠੀਕ ਹੈ ਜੀ। ਜੇ ਫਿਰ ਵੀ ਕਿਸੇ ਦਾ ਕੋਈ ਸਵਾਲ ਰਹਿ ਜਾਵੇ, ਮਨ ਵਿੱਚ ਕੋਈ ਹੋਵੇ, ਤਾਂ ਉਹ ਪਲੀਜ਼ ਬੇਨਤੀ ਹੈ ਕਿ ਸਾਡੇ ਜਿਹੜੇ WhatsApp ਨੰਬਰ ਨੇ ਨਾ, ਭਾਈ ਪਰਮਜੀਤ ਸਿੰਘ ਜੀ, ਭਾਈ ਲਖਬੀਰ ਸਿੰਘ ਜੀ ਜਾਂ ਦਾਸ ਦਾ ਜਿਹੜਾ ਨੰਬਰ ਆਪ ਜੀ ਨੂੰ ਸ਼ੁਰੂ 'ਚ ਹੀ ਦੱਸਿਆ ਗਿਆ ਸੀ, ਉਹਦੇ ਜਾਂ ਸਾਡੇ ਇਹਦੇ ਵਿੱਚ ਐਡ ਨੇ ਨੰਬਰ ਗਰੁੱਪ ਦੇ ਵਿੱਚ ਵੀ, ਉਹ ਜ਼ਰੂਰ WhatsApp 'ਤੇ ਲਿਖ ਕੇ ਮੈਸੇਜ ਜਿਹੜਾ ਕਰ ਸਕਦੇ ਨੇ। ਅਸੀਂ ਫਿਰ ਉਹਦੇ ਨਾਲ ਆਪ ਜਿਹੜੀ ਉਹ ਸੰਪਰਕ ਬਣਾ ਕੇ ਗੱਲ ਕਰਕੇ ਉਹਨਾਂ ਦੇ ਸਵਾਲ ਜਿਹੜੇ ਉਹ ਜ਼ਰੂਰ ਜਵਾਬ ਦੇਵਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।